इन्होंने मारता उन्होंने अहमद शाह मसूद नूं धोखे नाल ये कह के जी इंटरव्यू लैन आते हैं एक बंदे के कैमरे दे विच बंब सीगा। ये जब मैं अंबैसडर सी ईरान दे विच 2003 तो 2005 ये छोटा सी उदों उम्र च, पर ये ईरान च आ गया सी। ईरानियां ने इनू अपनी शरण च लै लिया सी। इहदी पढ़ाई उन्होंने ये सी कि इनू ना मार दें तालिबान वाले, बिकॉज फिर कोई वारस नहीं रहेगा मसूद के नां का। और प्रेजिडेंट बाइडन बड़े प्रैशर च आ रहा है नीचे, वो जिद नाल अपनी फौज जल्दी वापस लै गया। गर्मियां तो पहला नहीं सी करना चाहिए, क्योंकि जब गर्मियां शुरू होंदियां उन्होंने अफगानिस्तान च कहते हैं लड़ाई की सीजन। उदों ओबामा भी कहते सी फौजां वापस लैनियां, लेकिन जब जरनैलों ने उन्होंने समझाया कि इंज फौजां नहीं वापस लै सकते, एकदम शिकस्त होएगी। क्योंकि चीन भी देख रहा है, क्योंकि चीन कहता असीं ताइवान नूं रोकना है। गलती ये रही असीं ज़्यादा अमरीका के नेड़े समझे जान लगे। और ईरान भी वो ईरान नहीं है जब मैं उत्थे सी, जब 1990-96 की गल है। उदों सदाम हुसैन हले सीगा दूजे पासे। चाइना, पाकिस्तान, अफगानिस्तान भी यही नवीं एक्सिस है जी इंडिया के खिलाफ वर्क करो। ये डोमैसटिक पॉलिटिक्स का भी असर आता है, किस तरीके नाल तुसीं मुसलमान नाल इत्थे व्यवहार करते हो, ਉਹਦਾ इस्लामिक वर्ल्ड ਉਹਦਾ तालिबान च की ਹੁੰਦਾ रिएक्शन। सो इस करके बीजेपी ਨੂੰ ਇਹ ਵੀ ਸੋਚਣਾ ਪਏਗਾ। ਆਪਣੇ ਦੇਸ਼ ਦੇ ਗਵਾਂਢ ਵਿੱਚ ਬਹੁਤ ਜ਼ਿਆਦਾ ਕਮਸਾਨ ਮਚਿਆ ਹੋਇਆ ਹੈ, ਖਾਸ ਕਰਕੇ ਤਾਲਿਬਾਨ ਦੇ ਅਫਗਾਨਿਸਤਾਨ 'ਚ ਫਿਰ ਤੋਂ ਕਾਬਜ ਹੋਣ ਤੋਂ ਬਾਅਦ। ਇਸ ਦੇ ਪਿੱਛੇ ਜੀਓਪੋਲਿਟਿਕਸ ਕੀ ਹੈ, ਇਹ ਸਾਰੀ ਚੀਜ਼ਾਂ ਨੂੰ ਸਮਝਣ ਵਾਸਤੇ ਅਸੀਂ ਗੱਲਬਾਤ ਕਰਾਂਗੇ ਸਰਦਾਰ ਕੇਸੀ ਸਿੰਘ ਜੀ ਨਾਲ, ਜਿਨ੍ਹਾਂ ਦਾ ਬਹੁਤ ਜ਼ਿਆਦਾ ਰਿਚ ਐਕਸਪੀਰੀਅੰਸ ਹੈ। ਉਹ ਦੇਸ਼ ਵਾਸਤੇ ਵਿਦੇਸ਼ਾਂ 'ਚ ਅੰਬੈਸਡਰ ਵੀ ਰਹਿ ਚੁੱਕੇ ਨੇ। ਤਾਂ ਗੱਲਬਾਤ ਕਰਦੇ ਉਹਨਾਂ ਕਿ ਸਿੰਘ ਜੀ, ਜਿਵੇਂ ਕਿ ਸਭ ਤੋਂ ਵੱਡੀ ਡਿਵੈਲਪਮੈਂਟ ਵਰਲਡ 'ਚ ਇਹੀ ਹੈ ਵੀ ਅਫਗਾਨਿਸਤਾਨ 'ਤੇ ਤਾਲਿਬਾਨ ਦਾ ਫਿਰ ਤੋਂ ਕਬਜ਼ਾ ਹੋ ਗਿਆ। ਤੁਸੀਂ ਇਹ ਸਾਰੀ ਡਿਵੈਲਪਮੈਂਟ ਨੂੰ ਕਿਵੇਂ ਦੇਖਦੇ ਹੋ ਅਤੇ ਇਹਦਾ ਕੀ ਅਸਰ ਪਊਗਾ? ਦੇਖੋ, ਇਹ ਸੋਚਣਾ ਕਿ ਪਾਕਿਸਤਾਨ ਇਸ ਜਿੱਤ ਨਾਲ ਨਹੀਂ ਜੁੜਿਆ ਹੋਇਆ ਗਲਤੀ ਹੋਏਗੀ। ISI ਦਾ ਪੂਰਾ ਹੱਥ ਹੈ, ਕਿਉਂਕਿ ਜਿਹੜਾ ਨੰਬਰ 2 ਹੈ ਤਾਲਿਬਾਨ 'ਚ, ਇੱਕ ਤਾਂ ਮੁੱਲਾ ਬਰਾਦਰ ਨੇ ਜਿਹੜੇ ਉੱਪਰ ਗਏ ਨੇ, ਜਿਹੜੇ ਆਪਣੀ ਡੈਲੀਗੇਸ਼ਨ ਦੇ ਲੀਡਰ ਨੇ, ਔਰ ਸ਼ਾਇਦ ਅਗਲੇ ਰਾਸ਼ਟਰਪਤੀ ਹੋਣਗੇ। ਔਰ ਦੂਜਾ ਹੈਗਾ ਹਕਾਨੀ ਨੈਟਵਰਕ, ਜਿਹੜੇ ਵੱਡੇ ਪੁਰਾਣੇ ਹਕਾਨੀ ਸਾਹਿਬ ਜਿਹੜੇ ਮਰ ਗਏ ਸੀ ਉਹਨਾਂ ਦਾ ਮੁੰਡਾ। ਹਕਾਨੀ ਨੈਟਵਰਕ ਪੂਰਾ ISI ਨਾਲ ਨੱਥੀ ਹੈ। ਸੋ ਇਸ ਕਰਕੇ ਪਾਕਿਸਤਾਨ ਦਾ ਬੰਦਾ ਬਿਲਕੁਲ ਉਸ ਆਰਗੇਨਾਈਜੇਸ਼ਨ ਦੇ ਵਿੱਚ ਨੰਬਰ 2 ਨੰਬਰ 3 ਹੈ। ਔਰ ਉਹ ਆਪਣੇ ਜਿਹੜੇ ਲੜਾਕੂ ਨੇ ਉਹ ਵੀ ਉੱਥੇ ਲਿਜਾਂਦੇ ਹੈ। ਔਰ ਉਹ ਜਿਹੜੇ ਆ ਪੰਜਾਬ ਤੋਂ, ਪਾਕਿਸਤਾਨੀ ਪੰਜਾਬ ਤੋਂ ਜਾਂਦੇ ਹੈ, ਜੈਸ਼ ਏ ਮੁਹੰਮਦ ਜਾਂ ਦੂਜੇ ਸਾਰੇ ਇਹਨਾਂ ਨਾਲ ਜੁੜੇ ਹੋਏ, ਉਹ ਉਹਨਾਂ ਦੇ ਰਾਹੀਂ ਜਾਂਦੇ ਹੈ। ਔਰ ਇਹ ਕਿਹਾ ਵੀ ਜਾਂਦਾ ਹੈ ਕਿ ਇਹ ਤਾਲਿਬਾਨ ਦੀ ਜਿਹੜੀ ਇੰਨੀ ਜਲਦੀ ਇੰਨੀ ਜਿੱਤ ਹੋਈ ਹੈ, ਉਹਦੇ 'ਚ ਇਹ ਨਾਲ ਨੇ ਸਾਰੇ ਫਾਈਟਰ। ਕਈ ਚੈਚਨ ਨੇ, ਸੈਂਟਰਲ ਏਸ਼ੀਆ 'ਚੋਂ ਆਏ ਹੋਏ ਹੈ, ਕਈ ਯੂਗਰ ਵੀ ਨੇ, ਚਾਈਨੀਜ਼ ਵੀ ਨੇ। ਬਾਕੀ ਆ ਪੰਜਾਬ ਦਾ ਜਿਹੜਾ ਟੋਲਾ ਹੈ ਨਾ, ਲਸ਼ਕਰ ਏ ਤੋਇਬਾ, ਜੈਸ਼ ਏ ਮੁਹੰਮਦ, ਇਹਨਾਂ ਦੀ ਜਿਹੜੀ ਫੌਜ ਹੈ ਉਹਨੂੰ ਪਾਕਿਸਤਾਨ ਨੇ ਉੱਧਰ ਬਿਜ਼ੀ ਕੀਤਾ ਹੋਇਆ। ਕਿਉਂਕਿ ਜਿਹੜਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਜਿਹਦੇ 'ਚ ਗ੍ਰੇ ਲਿਸਟ 'ਤੇ ਇਹਨਾਂ ਨੂੰ ਲਾਇਆ ਹੋਇਆ, ਕਿਉਂਕਿ ਜੇ ਉਹਦੇ 'ਚ ਤੁਸੀਂ ਬਲੈਕ ਲਿਸਟ ਚਲੇ ਜਾਓ ਫਿਰ ਤਾਂ ਬਿਲਕੁਲ ਹੀ ਤੁਹਾਡੇ ਬੈਂਕ ਬੰਦ ਹੋ ਜਾਣਗੇ। ਉਹ ਇਸ ਲਈ ਲਗਾਇਆ ਹੋਇਆ ਕਿਉਂਕਿ ਤੁਸੀਂ ਆਤੰਕਵਾਦ ਦੇ ਖਿਲਾਫ ਪਾਕਿਸਤਾਨ ਨੇ ਉਹ ਕਦਮ ਨਹੀਂ ਉਠਾਏ ਜਿਹੜੇ ਕਿ ਇੰਟਰਨੈਸ਼ਨਲ ਕਮਿਊਨਿਟੀ ਨੇ ਕਹੇ ਹੈ ਕਿ ਤੁਸੀਂ ਇਹਨਾਂ ਦੀ ਫਾਈਨੈਂਸਿੰਗ ਬੰਦ ਕਰੋ, ਇਹਨਾਂ ਕੋਲ ਪੈਸੇ ਕਿਵੇਂ ਇਹਨਾਂ ਕੋਲ ਨਾ ਜਾਣ, ਇਹ ਇਕੱਠੇ ਕਰਦੇ ਨੇ, ਇਹਨਾਂ 'ਤੇ ਕੀ ਪਾਬੰਦੀਆਂ ਲਾਉਣੀਆਂ, ਕਿਹੜੇ ਬੰਦਿਆਂ ਨੂੰ ਤੁਸੀਂ ਗ੍ਰਿਫਤਾਰ ਕਰੋ, ਉਹ ਪੂਰਾ ਨਹੀਂ ਕੀਤਾ ਉਹਨਾਂ ਨੇ। ਜੇ ਉਹਨਾਂ ਨੂੰ ਅਫਗਾਨਿਸਤਾਨ ਮਿਲ ਜਾਂਦਾ ਹੈ, ਫਿਰ ਪਾਕਿਸਤਾਨ ਕਹਿ ਦਿੰਦਾ ਜੀ ਇੱਥੇ ਤਾਂ ਕੋਈ ਹੈ ਹੀ ਨਹੀਂ ਬੰਦਾ, ਉਹਨਾਂ ਦੇ ਟ੍ਰੇਨਿੰਗ ਕੈਂਪ ਸਾਰੇ ਉੱਥੇ ਕਰ ਦੇਣਗੇ, ਧੱਕ ਦੇਣਗੇ ਉਸ ਪਾਸੇ। ਤਾਂ ਇਸ ਕਰਕੇ ਉਹਦੇ 'ਚ ਥੋੜ੍ਹਾ ਜਿਹਾ ਇੱਕ ਜੋ ਪਾਕਿਸਤਾਨ ਨੂੰ ਨੁਕਸਾਨ ਹੈ, ਇੱਕ ਹਿੱਸਾ ਤਾਲਿਬਾਨ ਦਾ ਜਿਹਨੂੰ ਕਹਿੰਦੇ ਤਰੀਕੇ ਤਾਲਿਬਾਨ ਪਾਕਿਸਤਾਨ, ਜਿਹੜਾ ਪਾਕਿਸਤਾਨ ਦੀ ਫੌਜ ਅਤੇ ਪਾਕਿਸਤਾਨੀਆਂ 'ਤੇ ਅਟੈਕ ਕਰਦੇ ਨੇ, ਉਹ ਪਸ਼ਤੂਨ ਏਰੀਆ 'ਚੋਂ ਨੇ। ਉਹ ਏਰੀਆ ਜਿਹੜਾ ਇਹਨਾਂ ਨੂੰ ਟਰਾਈਬਲ ਏਰੀਆ ਕਹਿੰਦੇ ਆ, ਅਫਗਾਨਿਸਤਾਨ ਦੇ ਨਾਲ ਲੱਗਦਾ ਏਰੀਆ ਪਾਕਿਸਤਾਨ ਦਾ। ਹੁਣ ਇਹਨਾਂ ਨੇ ਤਾਲਿਬਾਨ ਨੂੰ ਕਿਹਾ ਕਿ ਉਹ ਤੁਹਾਡੇ ਅਫਗਾਨਿਸਤਾਨ 'ਚੋਂ ਰੁਕੇ ਹੋਏ ਆ, ਅਸੀਂ ਉਹਨਾਂ ਨੂੰ ਫੜ ਨਹੀਂ ਸਕਦੇ, ਔਰ ਉੱਥੋਂ ਆ ਕੇ ਅਟੈਕ ਕਰਦੇ ਹੈ, ਅਸੀਂ ਤੁਹਾਡੀ ਮਦਦ ਕਰਾਂਗੇ, ਤੁਸੀਂ ਅਫਗਾਨਿਸਤਾਨ 'ਚੋਂ ਬਾਹਰ ਧੱਕੋ ਇਹਨਾਂ ਨੂੰ। ਉਦੋਂ ਦਾ ਉਹਨਾਂ ਨੇ ਕਹਿਤਾ ਅੱਛਾ ਤੁਸੀਂ ਸਾਨੂੰ ਬਾਹਰ ਧੱਕੋਗੇ, ਫਿਰ ਇਹ ਜਿਹੜਾ ਪਸ਼ਤੂਨ ਏਰੀਆ ਪਾਕਿਸਤਾਨ 'ਚ ਹੈ, ਇਹ ਅਸੀਂ ਇੰਡੀਪੈਂਡੈਂਸ ਚਾਹੁੰਦੇ ਹਾਂ, ਆਜ਼ਾਦੀ ਚਾਹੁੰਦੇ ਹਾਂ। ਬਲੂਚਿਸਤਾਨ 'ਚ ਪਹਿਲਾਂ ਆਜ਼ਾਦੀ ਮੰਗ ਰਹੇ ਹੈ, ਪਸ਼ਤੂਨ ਵੀ ਆਜ਼ਾਦੀ ਜੇ ਮੰਗਣ ਲੱਗੇ, ਉਹਦੇ ਨਾਲ ਪਾਕਿਸਤਾਨ ਨੂੰ ਝਟਕਾ ਲੱਗੇਗਾ। ਕਿਉਂਕਿ ਉਹ ਜੇ ਇੱਧਰ ਫਾਇਦਾ ਹੋਇਆ, ਤਾਲਿਬਾਨ ਉੱਥੇ ਚਲੀ ਗਈ, ਉਹ ਦੂਜੇ ਅੰਦਰ ਆ ਕੇ ਹੋਰ ਭੜਕਾਉਣਗੇ ਪਸ਼ਤੂਨਾਂ ਨੂੰ, ਕਿਉਂਕਿ ਪਸ਼ਤੂਨ 3 ਗੁਣੇ ਨੇ ਪਾਕਿਸਤਾਨ 'ਚ ਜਿੰਨੇ ਪਸ਼ਤੂਨ ਅਫਗਾਨਿਸਤਾਨ 'ਚ ਹੈ ਉਹਦੇ ਨਾਲੋਂ। ਸੋ ਪਸ਼ਤੂਨ ਵੰਟੇ ਹੋਏ ਹੈ,
ਤਾਂ ਹੀ ਉਹ ਜਿਹੜੀ ਇਹ ਬਾਉਂਡਰੀ ਬਣਾਉਂਦੇ ਆ, ਉਹ ਕਹਿੰਦੇ ਨਾ ਤੁਸੀਂ ਇਹ 'ਤੇ ਤਾਰ ਨਾ ਲਾਓ, ਕਿਉਂਕਿ ਸਾਡੇ ਜਿਹੜੇ ਪਸ਼ਤੂਨ ਹੈ ਵੰਡੇ ਹੋਏ ਆ ਦੋਨੋਂ ਜਗ੍ਹਾ 'ਚ। ਸੋ ਇਸ 'ਤੇ ਇਤਰਾਜ਼ ਕਰਦੇ ਆ ਅਫਗਾਨਿਸਤਾਨ ਵਾਲੇ। ਸਰ ਜਿਹੜੀ ਅਫਗਾਨਿਸਤਾਨ ਦੀ ਸਿਚੁਏਸ਼ਨ ਇੰਡੀਆ ਵਾਸਤੇ ਕਿਵੇਂ ਹੈ, ਜਿਹੜਾ ਇਹ ਤਾਲਿਬਾਨ ਹੁਣ, ਤੇ ਇੰਡੀਆ ਵਾਸਤੇ ਲਾਭਦਾਇਕਤਾ ਕਿਸੇ ਪਾਸੋਂ ਲੱਗ ਨਹੀਂ ਰਹੀ, ਜਿਸ ਤਰ੍ਹਾਂ ਦੇ ਹਰ ਪਾਸੋਂ ਬਿਆਨ ਆ ਰਿਹਾ ਜਾਂ ਚਰਚਾਵਾਂ ਚੱਲ ਰਹੀਆਂ, ਤੁਹਾਡਾ ਕੀ ਕਹਿਣਾ ਇਹਦੇ 'ਤੇ? ਦੇਖੋ, ਅਸੀਂ ਰਸਤਾ ਸਾਡਾ ਜੇ 1996 'ਚ ਜਾਈਏ, ਉਦੋਂ ਈਰਾਨ ਨਾਲ ਸਾਡੀ ਦੋਸਤੀ ਬਹੁਤ ਗਹਿਰੀ ਸੀ, ਇਸ ਕਰਕੇ ਕਿਉਂਕਿ ਈਰਾਨ, ਹਿੰਦੁਸਤਾਨ ਤੇ ਰੂਸ ਉਸ ਵੇਲੇ ਇਕੱਠੇ ਸੀ ਮਦਦ ਕਰਨ ਨੂੰ ਉਹਨਾਂ ਸ਼ਕਤੀਆਂ ਨੂੰ ਜਿਹੜੀ ਤਾਲਿਬਾਨ ਦੇ ਵਰਖਲਾਫ ਸੀ। ਉਹ ਸੀ ਨਾਰਦਰਨ ਅਲਾਇੰਸ, ਅਹਿਮਦ ਸ਼ਾਹ ਮਸੂਦ ਸੀ, ਪੰਜਸ਼ੀਰ ਵੈਲੀ ਤੋਂ ਉਹ ਸੀ। ਇਹਨਾਂ ਦਾ ਰਫ ਤਰੀਕੇ ਨਾਲ ਜੇ ਅਸੀਂ ਅੰਦਾਜ਼ਾ ਜਿਹਾ ਲਗਾਈਏ, ਪਸ਼ਤੂਨ ਹੈਗੇ ਥੱਲੇ ਦੱਖਣ 'ਚ, ਉੱਪਰਲਾ ਜਿਹੜਾ ਹਿੱਸਾ ਕਾਬੁਲ ਦੇ ਉੱਪਰ, ਤੇ ਇੱਧਰਲਾ ਜਿਹੜਾ ਚਲਾ ਜਾਂਦਾ ਈਰਾਨ ਕਨੀ, ਉਹਦੇ 'ਚ ਦੂਜੀਆਂ ਐਥਨੀਸਿਟੀਜ਼ ਹੈਗੀਆਂ ਜਿਨ੍ਹਾਂ ਨੂੰ ਕਹਿੰਦੇ ਆ ਤਾਜਿਕ ਹੈਗੇ, ਉਜ਼ਬੁਕ ਹੈਗੇ, ਫਿਰ ਹਜ਼ਾਰੇ ਆ ਜਾਂਦੇ ਆ ਵਿੱਚੋਂ ਜਿਹੜੇ ਸ਼ੀਆ ਨੇ। ਤੋ ਇਸ ਕਰਕੇ ਪਸ਼ਤੂਨ ਜਦ ਸਾਰੇ ਉੱਤੇ ਚਲੇ ਜਾਂਦੇ, ਹੁਣ ਤਾਂ ਹੀ ਹੋਇਆ ਕਿ ਤਾਜਿਕ ਜਿਹੜੇ ਨੇ ਉਹ ਟੈਂਕ ਤੇ ਆਪਣੀਆਂ ਕਾਫੀ ਬਰੂਦ ਵਗੈਰਾ ਲੈ ਕੇ ਉਹ ਪੰਜਸ਼ੀਰ ਵੈਲੀ 'ਚ ਚਲੇ ਗਏ ਆ। ਸੋ ਉਹ ਅੱਗੇ ਵੀ ਪੰਜਸ਼ੀਰ ਵੈਲੀ ਜਦ ਤਾਲਿਬਾਨ ਨੇ ਸਰਕਾਰ ਬਣਾਈ ਸੀ 96 'ਚ, ਪੰਜਸ਼ੀਰ ਨੂੰ ਸੀ ਤੋੜ ਸਕੇ। ਉਹ ਇਹਨਾਂ ਨੇ ਮਾਰਤਾ ਉਹਨੂੰ, ਅਹਿਮਦ ਸ਼ਾਹ ਮਸੂਦ ਨੂੰ ਧੋਖੇ ਨਾਲ, ਇਹ ਕਹਿ ਕੇ ਜੀ ਇੰਟਰਵਿਊ ਲੈਣ ਆਉਂਦੇ ਆ, ਇੱਕ ਬੰਦੇ ਦੇ ਕੈਮਰੇ ਦੇ ਵਿੱਚ ਬੰਬ ਸੀਗਾ, ਔਰ ਉਹ 9/11 ਤੋਂ 10-15-20 ਦਿਨ ਪਹਿਲਾਂ ਹੋਇਆ। ਇਹਨਾਂ ਨੂੰ ਇਹ ਸੀਗਾ ਜੇ ਅਹਿਮਦ ਸ਼ਾਹ ਮਸੂਦ ਮਰ ਜੂਗਾ ਫਿਰ ਉਹਨੂੰ ਵੀ ਅਸੀਂ ਕਾਬਜ਼ ਕਰ ਲਾਂਗੇ ਤੇ ਪੂਰਾ ਅਫਗਾਨਿਸਤਾਨ ਥੱਲੇ ਆ ਜਾਏਗਾ। ਸੋ ਉਹੀ ਬਿਮਾਰੀ ਦੁਬਾਰਾ ਹੈ ਇਹਨਾਂ ਕੋਲ। ਸੋ ਉਹ ਤਾਜਿਕ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਐਸੀ ਸਰਕਾਰ ਬਣਾਓ ਜਿਹਦੇ 'ਚ ਸਾਰੇ ਹੋਣ, ਫਿਰ ਤਾਂ ਅਸੀਂ ਹਥਿਆਰ ਆਪਣੇ ਨੀਚੇ ਰੱਖਣ ਨੂੰ ਤਿਆਰ ਹੈ, ਨਹੀਂ ਤਾਂ ਅਸੀਂ ਲੜਾਈ ਕਰਾਂਗੇ। ਮਸੂਦ ਦੇ ਬੇਟੇ ਦਾ ਬਿਆਨ ਆਇਆ ਵੀ ਅਸੀਂ ਲੜਾਈ ਕਰਨ ਵਾਸਤੇ ਤਿਆਰ ਹਾਂ ਤੇ ਅਸੀਂ ਤਾਲਿਬਾਨ ਨਾਲ ਲੜਾਂਗੇ ਵੀ। ਮੇਰੇ ਖਿਆਲ ਨਾਲ ਕੰਡੀਸ਼ਨਸ ਰੱਖੀਆਂ ਨੇਗੀਆਂ। ਇਹ ਜਦ ਮੈਂ ਐਂਬੈਸਡਰ ਸੀ ਈਰਾਨ ਦੇ ਵਿੱਚ 2003 ਤੋਂ 2005, ਇਹ ਛੋਟਾ ਸੀ ਉਦੋਂ ਉਮਰ 'ਚ, ਪਰ ਇਹ ਈਰਾਨ 'ਚ ਆ ਗਿਆ ਸੀ। ਈਰਾਨੀਆਂ ਨੇ ਇਹਨੂੰ ਆਪਣੀ ਸ਼ਰਨ 'ਚ ਲੈ ਲਿਆ ਸੀ। ਇਹਦੀ ਪੜ੍ਹਾਈ ਉਹਨਾਂ ਨੂੰ ਇਹ ਸੀ ਕਿ ਇਹਨੂੰ ਨਾ ਮਾਰ ਦੇਣ ਤਾਲਿਬਾਨ ਵਾਲੇ, ਬਿਕੋਜ਼ ਫਿਰ ਕੋਈ ਵਾਰਸ ਨਹੀਂ ਰਹੇਗਾ ਮਸੂਦ ਦੇ ਨਾਂ ਦਾ। ਤੋ ਇਹਨੂੰ ਈਰਾਨੀਆਂ ਨੇ ਆਪਣੀ ਸ਼ਰਨ 'ਚ ਲੈ ਕੇ, ਇਹ ਪੜ੍ਹਿਆ ਵੀ ਉੱਥੇ ਹੈ, ਵੱਡਾ ਵੀ ਉੱਥੇ ਹੋਇਆ, ਅਤੇ ਹੁਣ ਤਾਂ ਉਹ 24-25 ਸਾਲ ਦਾ ਹੋ ਗਿਆ। ਤੋ ਇਸ ਕਰਕੇ ਉਹਦੀ ਸ਼ਕਲ ਵੀ ਆਪਣੇ ਪਿਤਾ ਨਾਲ ਮਿਲਦੀ ਹੈ। ਤੋ ਇਸ ਵੇਲੇ ਆਪਣੀ ਲੀਡਰੀ ਇਖਤਿਆਰ ਕਰ ਰਿਹਾ ਉਹਨਾਂ ਦੀ। ਦੂਜੀ ਗੱਲ ਇਹ ਹੈ ਕਿ ਸਾਰੀ ਦੁਨੀਆ ਦੀ ਸਰਕਾਰਾਂ ਨੇ ਕਿਹਾ ਵੀ ਦੇਖੋ, ਧੱਕੇ ਨਾਲ ਜੇ ਤੁਸੀਂ ਸ਼ਸਤਰਾਂ ਦੇ ਰਸਤੇ ਜੇ ਤੁਸੀਂ ਸਰਕਾਰ ਲਈ ਹੈ, ਫਿਰ ਅਸੀਂ ਤੁਹਾਨੂੰ ਰੈਕਗਨਾਈਜ਼ ਨਹੀਂ ਕਰਾਂਗੇ। ਤੁਸੀਂ ਕੋਈ ਵੀ ਨਵੀਂ ਸਰਕਾਰ ਆਵੇ, ਉਹਨੂੰ ਬਾਕੀ ਦੀਆਂ ਸਰਕਾਰਾਂ ਜਿਹਨੂੰ ਰੈਕਗਨਾਈਜ਼, ਪਛਾਣਨਾ ਹੁੰਦਾ ਹੈ, ਉਹਦੇ ਬਗੈਰ ਤੁਹਾਡੇ ਨਾਲ ਉਹ ਅੰਬੈਸਡਰ ਨਹੀਂ ਭੇਜਣਗੇ, ਗੱਲਬਾਤ ਨਹੀਂ ਕਰਨਗੇ। ਹੁਣ ਉਹਦੇ 'ਚ ਚੀਨ ਤੇ ਪਾਕਿਸਤਾਨ ਵੀ ਗੱਲ ਤਾਂ ਇਹੀ ਕਰਦੇ ਹੈ, ਲੇਕਿਨ ਉਹ ਚਾਹੁੰਦੇ ਕਿ ਥੋੜ੍ਹਾ ਜਿਹਾ ਕੋਈ ਪਰਦਾ ਨਸ਼ੀਨ ਹੋ ਜਾਏ, ਕੰਮ ਧੋਖਾ ਜਿਹਾ ਹੋ ਜਾਏ ਕਿ ਹਾਂ ਜੀ ਕੁਛ ਬੰਦੇ ਇਹਦੇ 'ਚ ਮਿਲ ਗਏ ਧੋਖੇ ਸੀ, ਕਿਉਂਕਿ ਉਹ ਪਹਿਲਾਂ ਤਾਂ ਪ੍ਰੈਜ਼ੀਡੈਂਟ ਭੱਜ ਗਿਆ। ਜਿਹੜਾ ਨੰਬਰ 2 ਹੈ, ਵਾਈਸ ਪ੍ਰੈਜ਼ੀਡੈਂਟ ਹੈ, ਉਹ ਤਾਜਿਕਸ ਦੇ ਨਾਲ ਪੰਜਸ਼ੀਰ 'ਚ ਬੈਠਾ ਹੈ, ਅਮਰਸਾਲਾ। ਉਹ ਕਹਿ ਰਿਹਾ ਨਹੀਂ ਜੀ ਮੈਂ ਐਕਟਿੰਗ ਪ੍ਰੈਜ਼ੀਡੈਂਟ ਹੈ। ਸੋ ਇਸ ਕਰਕੇ ਜੋ ਨਵੀਂ ਸਰਕਾਰ ਬਣਦੀ ਹੈ ਜੀ, ਇਹ ਲੱਗੇਗਾ ਕਿ ਜਿਹੜੇ ਉੱਥੇ ਸਰਕਾਰ ਦੇ ਨੁਮਾਇੰਦੇ ਸੀ, ਉਹਨਾਂ ਨਾਲ ਬੈਠ ਕੇ ਤਾਲਿਬਾਨ ਨੇ ਗੱਲਬਾਤ ਕਰਕੇ, ਭਾਵੇਂ ਉਹ ਐਵੇਂ ਭੁਲੇਖੇ ਲਈ ਹੋਵੇ, ਦਿਖਾਉਣ ਲਈ ਹੋਵੇ, ਥੋੜ੍ਹਾ ਜਿਹਾ ਡਰਾਮਾ ਇਹਨਾਂ ਨੂੰ ਕਰਨਾ ਪੈਣਾ ਹੈ। ਉਹਦੇ ਬਾਵਜੂਦ ਵੀ ਸਿਰਫ ਚੀਨ ਅਤੇ ਪਾਕਿਸਤਾਨ ਹੀ ਕਰਨਗੇ, ਇਹਨਾਂ ਨੂੰ ਰੂਸ ਵੀ ਕਰ ਸਕਦਾ ਹੈ। ਅਮਰੀਕਾ ਨੇ ਇਹ ਕਿਹਾ ਕਿ ਤੁਹਾਡੇ ਕਾਰਨਾਮੇ ਦੇਖ ਕੇ, ਔਰ ਪ੍ਰੈਜ਼ੀਡੈਂਟ ਬਾਈਡਨ ਬੜੇ ਪ੍ਰੈਸ਼ਰ 'ਚ ਆ ਰਿਹਾ ਇਹਦੇ ਨੀਚੇ, ਉਹ ਜ਼ਿੱਦ ਨਾਲ ਆਪਣੀ ਫੌਜ ਜਲਦੀ ਵਾਪਸ ਲੈ ਗਿਆ, ਜਦ ਕਿ ਉਹਨੂੰ ਗਰਮੀਆਂ ਤੋਂ ਪਹਿਲਾਂ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਜਦ ਗਰਮੀਆਂ ਸ਼ੁਰੂ ਹੁੰਦੀਆਂ ਉਹਨੂੰ ਅਫਗਾਨਿਸਤਾਨ 'ਚ ਕਹਿੰਦੇ ਆ ਲੜਾਈ ਦੀ ਸੀਜ਼ਨ। ਜਦ ਇਹਨਾਂ ਦੀ ਤਾਲਿਬਾਨ ਦੀ ਲੜਾਈ ਦੀ ਸੀਜ਼ਨ ਸ਼ੁਰੂ ਹੁੰਦੀ ਆ ਹੀ ਮਈ, ਜੂਨ, ਜੁਲਾਈ, ਉਹਦੇ ਤੁਸੀਂ ਆਪਣੀਆਂ ਫੌਜਾਂ ਯੱਖ-ਲਖਤ ਲੈ ਜਾਓ, ਔਰ ਜਿਹੜੇ ਤੁਸੀਂ ਜਹਾਜ਼ ਅਤੇ ਡਰੋਨ ਸੀ ਉਹ ਵੀ ਘਟ ਜਾਣ, ਤਾਂ ਫਿਰ ਤਾਂ ਤਾਲਿਬਾਨ ਨੇ ਵਧਣਾ ਹੀ ਵਧਣਾ ਸੀਗਾ। ਜੇ ਇਹਨਾਂ ਨੇ ਲਿਜਾਣੀ ਵੀ ਸੀ, ਇਹ ਹੁਣ ਤਾਂ ਹੀ ਰੁਕ ਜਾਂਦੇ, ਅਕਤੂਬਰ ਤਾਂ ਹੀ ਰੁਕ ਜਾਂਦੇ, ਫਿਰ ਹੌਲੀ ਹੌਲੀ ਲਿਜਾਂਦੇ। ਲੇਕਿਨ ਉਹ ਬਾਈਡਨ ਜ਼ਿੱਦ ਕਰ ਰਿਹਾ ਕਿ ਨਹੀਂ ਮੈਂ ਤਾਂ ਲਿਜਾਣੀ ਸੀ, ਕਿਉਂਕਿ ਜਦ ਇਹ ਵਾਈਸ ਪ੍ਰੈਜ਼ੀਡੈਂਟ ਸੀਗੇ ਓਬਾਮਾ ਦੇ ਨਾਲ, ਔਰ ਓਬਾਮਾ ਨੇ ਟੇਕ ਓਵਰ ਕੀਤਾ 2009 'ਚ, ਅਤੇ ਉਦੋਂ ਓਬਾਮਾ ਵੀ ਕਹਿੰਦੇ ਸੀ ਫੌਜਾਂ ਵਾਪਸ ਲੈਣੀਆਂ, ਲੇਕਿਨ ਜਦ ਜਰਨੈਲਾਂ ਨੇ ਉਹਨਾਂ ਨੂੰ ਸਮਝਾਇਆ ਕਿ ਇੰਝ ਫੌਜਾਂ ਨਹੀਂ ਵਾਪਸ ਲੈ ਸਕਦੇ, ਇੱਕਦਮ ਸ਼ਿਕਸਤ ਹੋਏਗੀ, ਔਰ ਜਿਹੜਾ ਅਸੀਂ ਕੰਮ ਕੀਤਾ ਹੈ ਜਨਾਨੀਆਂ ਲਈ, ਬੱਚਿਆਂ ਲਈ, ਐਜੂਕੇਸ਼ਨ ਦਾ, ਇਨਫਰਾਸਟਰਕਚਰ ਦਾ, ਉਹ ਸਾਰਾ ਤਬਾਹ ਹੋ ਜਾਏਗਾ। ਅਤੇ ਓਬਾਮਾ ਨੇ ਫਿਰ ਆਪਣੀ ਸਲਾਹ ਬਦਲ ਲਈ। ਉਹਨਾਂ ਨੇ ਕਿਹਾ ਅੱਛਾ ਚਲੋ, ਜਿਹਨੂੰ ਕਹਿੰਦੇ ਆ ਸਰਜ, ਉਹਨਾਂ ਨੇ ਫਾਲਤੂ ਫੌਜ ਹੋਰ ਫੌਜ ਅਫਗਾਨਿਸਤਾਨ 'ਚ ਭੇਜੀ ਤਾਂ ਕਿ ਉਹ ਇਹਨੂੰ ਉੱਥੇ ਸੰਤੁਲਨ ਲਿਆ ਸਕਣ। ਉਹ ਉੱਥੇ ਇਕੱਲੀ ਰਹਿ ਜਿਹੜਾ ਇਸ ਦੇ ਵਰਖਲਾਫ ਸੀ, ਵਾਈਸ ਪ੍ਰੈਜ਼ੀਡੈਂਟ ਬਾਈਡਨ ਸੀ। ਉਹਨਾਂ ਨੇ ਕਿਹਾ ਕਿ ਨਾ ਕਰੋ, ਲੇਕਿਨ ਉਹਨੂੰ ਓਬਾਮਾ ਨੇ
ਉਹਨਾਂ ਦੀ ਰਾਏ ਨਹੀਂ ਮੰਨੀ, ਓਵਰ ਰੂਲ ਕਰਤਾ। ਉਹ ਕਈ ਕਹਿੰਦੇ ਆ ਕਿ ਇਹਨਾਂ ਦੇ ਦਿਮਾਗ 'ਚੋਂ ਗੱਲ ਉਦੋਂ ਦੀ ਫਸੀ ਹੋਈ ਸੀ ਕਿ ਮੇਰੀ ਗੱਲ ਨਹੀਂ ਮੰਨੀ, ਹੁਣ ਉਹ ਜ਼ਿੱਦ ਨਾਲ ਜਲਦੀ ਲੈ ਗਏ ਨੇ। ਅੱਛਾ, ਹੁਣ ਉਹਨੂੰ ਟਰੰਪ ਤਾਂ ਅਟੈਕ ਕਰ ਹੀ ਰਿਹਾ, ਰਿਪਬਲਿਕਨ ਤਾਂ ਕਰ ਹੀ ਰਹੇ, ਇਹਨਾਂ ਦੇ ਆਪਣੇ ਪਾਰਟੀ ਵਾਲੇ ਵੀ ਕਹਿ ਰਹੇ ਹੈ ਕਿ ਛੱਡਣਾ ਸੀ, ਵਾਪਸ ਲਿਆਉਣਾ ਤਾਂ ਜ਼ਰੂਰ ਸੀ, ਲੇਕਿਨ ਇੰਨੀ ਜਲਦੀ ਚ ਲਿਆਉਣਾ ਜਿਹਦੇ ਨਾਲ ਬਿਲਕੁਲ ਹੀ ਆਪਣਾ ਦਪੜੀ ਮੱਚ ਜਾਏ, ਉਹ ਜਿਹੜਾ ਕੰਮ ਅਸੀਂ ਉਦੋਂ ਕੀਤਾ ਉਹ ਬਿਲਕੁਲ ਹੀ ਜ਼ੀਰੋ ਹੋ ਜਾਏ, ਇਹ ਤਾਂ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਵਾਰ ਵੈਟਰਨਸ ਨੇ ਉੱਥੋਂ ਦੇ, ਅਫਗਾਨ ਦੇ ਵੈਟਰਨਸ ਨੇ, ਉਹ ਵੀ ਸਵਾਲ ਚੱਕ ਰਹੇ ਨੇ, ਤੇ ਕਿਤੇ ਨਾ ਕਿਤੇ ਯੂਐਸ ਦੀ ਛਵੀ ਨੂੰ ਵਰਲਡ ਸੁਪਰ ਪਾਵਰ ਦੀ ਉਹ ਵੀ ਹਿੱਟ ਹੋਈ ਹੈ। ਇਹ ਤਾਂ ਬਿਲਕੁਲ ਹੈ, ਕਿਉਂਕਿ ਚੀਨ ਵੀ ਦੇਖ ਰਿਹਾ, ਕਿਉਂਕਿ ਚੀਨ ਕਹਿੰਦਾ ਅਸੀਂ ਤਾਇਵਾਨ ਨੂੰ ਰੋਕਣਾ ਹੈ। ਜੇ ਉਹ ਦੇਖਦੇ ਆ ਕਿ ਅਮਰੀਕਾ ਦੇ ਵਿੱਚ ਤਾਂ ਇਹ ਦਮ ਹੀ ਨਹੀਂ ਰਿਹਾ ਕਿ ਇਹ ਬਾਹਰ ਆਪਣੀਆਂ ਫੌਜਾਂ ਰੱਖ ਸਕਣ ਔਰ ਦੂਰ ਜਾ ਕੇ ਲੜਾਈ ਲੜ ਸਕਣ, ਇਹ ਥੱਕ ਗਏ ਨੇ, ਜਿਵੇਂ ਵੀਅਟਨਾਮ ਦੇ ਬਾਅਦ ਹੋਇਆ ਸੀ, ਉਹਦੇ ਨਾਲ ਫਿਰ ਉਹ ਦੂਜੀਆਂ ਸ਼ਕਤੀਆਂ, ਚੀਨ ਇਸ ਵੇਲੇ ਉੱਭਰ ਕੇ ਆਈ ਹੈ ਵੱਡੀ ਸ਼ਕਤੀ, ਉਹ ਕਹਿਣਗੇ ਅਸੀਂ ਵੀ ਤਾਇਵਾਨ ਰੋਕ ਲੈਂਦੇ ਹਾਂ, ਹਾਂਗਕਾਂਗ ਤਾਂ ਰੋਕ ਹੀ ਲਿਆ, ਹਿੰਦੁਸਤਾਨ ਨਾਲ ਵੀ ਅਸੀਂ ਧੱਕਾ ਕਰ ਰਹੇ ਹਾਂ ਲੱਦਾਖ 'ਚ। ਸੋ ਇਹਦਾ ਹੁਣ ਸਾਡੇ 'ਤੇ ਕੀ ਅਸਰ ਪੈਂਦਾ ਹੈ? ਦੇਖੋ, ਸਾਰਿਆਂ ਤੋਂ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਦੋ ਹੀ ਸਾਡੇ ਕੋਲ ਪੱਤੇ ਹੈ। ਇੱਕ ਤਾਂ ਹੈ ਕਿ ਤਾਲਿਬਾਨ ਨੂੰ ਵੀ ਪੈਸੇ ਚਾਹੀਦੇ ਹੈ, ਉਹਨਾਂ ਨੂੰ ਵੀ ਡਿਵੈਲਪਮੈਂਟ ਚਾਹੀਦੀ ਹੈ, ਜੇ ਉਹਨਾਂ ਦੇ ਸੋਚ 'ਚ ਕੋਈ ਤਬਦੀਲ ਆਈ ਹੈ। ਇਹ ਜ਼ਰੂਰ ਹੈ ਜਨਾਨੀਆਂ ਨੂੰ ਤਾਂ ਉਹ ਬੁਰਕੇ ਪਵਾਉਣਗੇ, ਉਹਨਾਂ ਦਾ ਹੋ ਸਕਦਾ ਹੈ ਪੜ੍ਹਾਈ ਉਨੀ ਜ਼ਿਆਦਾ ਸਕੂਲਾਂ 'ਚ ਕੁੜੀਆਂ ਨੂੰ ਨਾ ਜਾਣ ਦੇਣ ਜਿਵੇਂ ਪਹਿਲਾਂ ਜਾਂਦੀਆਂ ਸੀਗੀਆਂ, ਲੇਕਿਨ ਜੇ ਇੱਥੇ ਤਾਂ ਹੀ ਰੁਕ ਜਾਣ, ਜੇ ਇਹ ਕਹਿਣ ਅੱਛਾ ਤੁਸੀਂ ਦਫ਼ਤਰ ਜਾ ਸਕਦੇ ਹੋ ਲੇਕਿਨ ਮੂੰਹ ਸਿਰ ਢੱਕ ਕੇ, ਅੱਛਾ ਤੁਸੀਂ ਸਕੂਲ 'ਚ ਪੜ੍ਹ ਸਕਦੇ ਹੋ, ਕਾਲਜ 'ਚ ਪੜ੍ਹ ਸਕਦੇ ਹੋ, ਫਿਰ ਤਾਂ ਸਾਰੀ ਦੁਨੀਆ ਬਰਦਾਸ਼ਤ ਕਰ ਲੇਗੀ। ਲੇਕਿਨ ਜੇ ਇਹਨਾਂ ਨੇ ਉਹੀ ਕੰਮ ਸ਼ੁਰੂ ਕੀਤਾ, ਗੋਲੀਆਂ ਮਾਰਨੀਆਂ, ਜ਼ਬਰਦਸਤੀ ਕਰਨੀਆਂ, ਛਿੱਟੀਆਂ ਲੈ ਕੇ ਲੋਕਾਂ ਨੂੰ ਮਾਰਨਾ, ਫਿਰ ਮੁਸ਼ਕਿਲ ਹੋਏਗੀ। ਚੀਨ ਵੀ ਭਾਵੇਂ ਇਹਨਾਂ ਨੂੰ ਪਛਾਣ ਲੇ, ਲੇਕਿਨ ਬਾਕੀ ਦੇ ਦੇਸ਼ ਨਹੀਂ ਕਰਨਗੇ ਔਰ ਇਹ ਥੋੜ੍ਹੇ ਜਿਹੇ ਆਈਸੋਲੇਟ ਹੋ ਜਾਣਗੇ ਬਾਕੀ ਦੁਨੀਆ ਤੋਂ। ਲੇਕਿਨ ਹਿੰਦੁਸਤਾਨ ਕੋਲ ਦੋ ਪੱਤੇ ਹੈ। ਇੱਕ ਤਾਂ ਕਿ ਦੇਖੋ ਡਿਵੈਲਪਮੈਂਟ ਲਈ ਅਸੀਂ ਬਣਾਇਆ ਪ੍ਰੋਜੈਕਟ, ਉਹ ਸੜਕ ਬਣਾਈ ਹੈ ਜ਼ਰਾਂਜ ਤੋਂ ਦੇਲਾਰਾਮ ਤਾਈਂ, ਜਿਹੜੀ ਨੀਚੋਂ ਚਾਬਹਾਰ ਨਾਲ ਮਿਲਦੀ ਹੈ। ਫਿਰ ਅਸੀਂ ਇਹਨਾਂ ਦੀ ਪਾਰਲੀਮੈਂਟ ਬਣਾ ਕੇ ਦਿੱਤੀ ਹੈ। ਅਸੀਂ ਉੱਥੇ ਪਾਵਰ ਸਪਲਾਈ ਦੀਆਂ ਜਿਹੜੀ ਪੂਰੀ ਇੱਕ ਪਾਵਰ ਸਪਲਾਈ ਲਾਈਨਸ ਲਈ ਕੀਤੀਆਂ ਨਾਰਥ ਤੋਂ ਲਾ ਕੇ ਕਾਬੁਲ ਤਾਈਂ। ਫਿਰ ਅਸੀਂ ਹਸਪੀਟਲ ਉੱਥੇ ਬਣਾ ਕੇ ਦਿੱਤੇ। ਸੋ ਇਨਫਰਾਸਟ੍ਰਕਚਰ $3 ਬਿਲੀਅਨ ਹਿੰਦੁਸਤਾਨ ਨੇ ਖਰਚ ਕੀਤਾ ਹੈ। ਸੋ ਇੱਕ ਤਾਂ ਤਾਲਿਬਾਨ ਇਹ ਸੋਚੇਗੀ ਕਿ ਇਸ ਵੇਲੇ ਅਮਰੀਕਾ ਤੋਂ ਪੈਸਾ ਨਹੀਂ ਆਉਣਾ, ਕਿੱਥੋਂ ਪੈਸਾ ਆਏਗਾ? ਪਾਕਿਸਤਾਨ ਕੋਲ ਤਾਂ ਪੈਸਾ ਨਹੀਂ, ਸਾਰਾ ਹੀ ਪੈਸਾ ਤਾਂ ਚੀਨ ਨਹੀਂ ਨਾ ਲਗਾ ਦੇਗਾ, ਨਾ ਉਹ ਚਾਹਣਗੇ ਇਕੱਲੇ ਚੀਨ 'ਤੇ ਨਿਰਭਰ ਰਹਿਣ ਉਹ। ਤਾਂ ਇਸ ਕਰਕੇ ਪਹਿਲਾ ਪੱਤਾ ਇਹ ਹੈ। ਦੂਜਾ ਪੱਤਾ ਸਾਡੀ ਹਲੇ ਵੀ, ਹਾਲਾਂਕਿ ਮੈਂ ਸਮਝਦਾ ਕਿ ਗਲਤੀ ਇਹ ਰਹੀ ਅਸੀਂ ਜ਼ਿਆਦਾ ਅਮਰੀਕਾ ਦੇ ਨੇੜੇ ਸਮਝੇ ਜਾਣ ਲੱਗੇ। ਫਿਰ ਉਹ ਜਿਹੜੇ ਨਾਰਦਰਨ ਅਲਾਇੰਸ ਵਾਲੇ ਜਿਹੜੇ ਉਜ਼ਬੇਕ ਅਤੇ ਤਾਜਿਕ ਸੀ, ਅਸੀਂ ਉਹਨਾਂ ਨਾਲ ਉਹ ਦੋਸਤੀ ਨਹੀਂ ਰੱਖੀ ਇਹ ਸੋਚ ਕੇ ਕਿ ਜਿਹੜੀ ਸਰਕਾਰ ਕਾਬੁਲ 'ਚ ਹੈ ਉਹ ਨਾਰਾਜ਼ ਹੋ ਜਾਏਗੀ, ਪਸ਼ਤੂਨ। ਨਾ ਤਾਂ ਅਸੀਂ ਤਾਲਿਬਾਨ ਨਾਲ ਕੋਈ ਆਪਣੀ ਗੱਲਬਾਤ ਖੋਲ੍ਹੀ ਔਰ ਨਾ ਉਹਨਾਂ ਦੇ ਨਾਲ ਉਨੀ ਦੋਸਤੀ ਰੱਖੀ। ਔਰ ਈਰਾਨ ਵੀ ਉਹ ਈਰਾਨ ਨਹੀਂ ਹੈ ਜਦ ਮੈਂ ਉੱਥੇ ਸੀ, ਜਦ 1990-96 ਦੀ ਗੱਲ ਹੈ, ਕਿਉਂਕਿ ਈਰਾਨ ਦਾ ਵੀ ਉਦੋਂ ਸਦਾਮ ਹੁਸੈਨ ਹਲੇ ਸੀਗਾ ਦੂਜੇ ਪਾਸੇ। ਇਹਨਾਂ ਦਾ ਹੁਣ ਇਸ ਵੇਲੇ ਜਿਹੜਾ ਮੇਨ ਈਰਾਨ ਦਾ ਮੇਨ ਦਿਲਚਸਪੀ ਹੈਗੀ ਹੈ ਉਹ ਸ਼ੀਆ ਦੇਸ਼ ਜਿਹੜੇ ਦੂਜੇ ਪਾਸੇ ਨੇ, ਇਰਾਕ, ਸੀਰੀਆ, ਲਬਨਾਨ। ਇਸ ਪਾਸੇ ਇਹ ਵੀ ਚਾਹੁੰਦੇ ਹੈ ਇੰਨਾ ਕਿ ਸ਼ੀਆ ਨੂੰ ਨਾ ਮਾਰਨ, ਹਜ਼ਾਰਿਆਂ ਨੂੰ ਨਾ ਮਾਰਨ, ਇਹ ਵੀ ਰਸਤਾ ਆਪਣਾ ਉਹਨਾਂ ਨੂੰ ਖੋਲ੍ਹ ਦੇਣਗੇ। ਔਰ ਉਹ ਵੀ ਕਿਉਂ ਨਹੀਂ ਚਾਹਣਗੇ ਕਿ ਇਕੱਲੇ ਪਾਕਿਸਤਾਨ 'ਤੇ ਕਿਉਂ ਨਿਰਭਰ ਰਹਿਣ, ਈਰਾਨ ਦੇ ਨਾਲ ਵੀ ਬਣਾ ਕੇ ਰੱਖਣਗੇ। ਜੇ ਤਾਂ ਰਿਹਾ ਇਹ, ਫਿਰ ਹੋ ਸਕਦਾ ਤਾਲਿਬਾਨ ਥੋੜ੍ਹੀ ਜਿਹੀ ਫਰਕ ਹੋਵੇ ਪਿਛਲੀ ਵਾਰ ਨਾਲੋਂ, ਅਤੇ ਰਸਤਾ ਖੁੱਲ੍ਹ ਸਕਦਾ। ਹਿੰਦੁਸਤਾਨ ਕੋਲ ਇੱਕ ਦੋ ਪੱਤੇ ਹੈ, ਲੇਕਿਨ ਜੇ ਉਹਨਾਂ ਨੇ ਮਾਰ ਮਰਈਆ ਫਿਰ ਸ਼ੁਰੂ ਕਰ ਲਿਆ, ਫਿਰ ਸਾਡੀ ਬੜੀ ਮੁਸ਼ਕਿਲ ਆ ਜਾਂਦੀ ਹੈ। ਕਿਉਂਕਿ ਜੇ ਈਰਾਨ ਸਾਡੇ ਨਾਲ ਪੂਰਾ ਮਿਲ ਕੇ ਨਾ ਚੱਲਿਆ, ਫਿਰ ਸਾਨੂੰ ਤਾਂ ਰਸਤਾ ਵੀ ਨਹੀਂ ਉੱਥੇ 'ਤੇ ਜਾਣ ਦਾ। ਜੇ ਅਸੀਂ ਮਦਦ ਵੀ ਦੇਣੀ ਹੈ ਉਹ ਸ਼ਕਤੀਆਂ ਨੂੰ ਜਿਹੜੀ ਤਾਲਿਬਾਨ ਨਾਲ ਲੜ ਰਹੀ ਹੈ, ਪੈਸੇ ਹੀ ਭੇਜ ਸਕਦੇ ਹਾਂ, ਹਥਿਆਰ ਤਾਂ ਭੇਜ ਨਹੀਂ ਸਕਦੇ, ਨਾ ਮਾਲੀ ਹਾਲਤ ਦੇ ਸਕਦੇ ਹਾਂ। ਸਰ ਇਹ ਚੀਜ਼ ਨੂੰ ਇੱਕ ਨਵੀਂ ਐਕਸਿਸ ਤਰ੍ਹਾਂ ਵੀ ਦੇਖਿਆ ਜਾਵੇ ਵੀ ਚਾਈਨਾ, ਪਾਕਿਸਤਾਨ, ਅਫਗਾਨਿਸਤਾਨ ਵੀ ਇਹ ਨਵੀਂ ਐਕਸਿਸ ਹੈ ਜਿਹੜੀ ਇੰਡੀਆ ਦੇ ਖਿਲਾਫ ਵਰਕ ਕਰੂਗੀ। ਹਾਲਾਂਕਿ ਤੁਸੀਂ ਦੱਸਿਆ ਆਪਸ਼ਨਸ ਅਵੇਲੇਬਲ ਹੈ, ਬਟ ਜਿਹੜੀ ਨਵੀਂ ਉੱਭਰਦੀ ਐਕਸਿਸ ਹੁਣ ਦਿਖ ਰਹੀ ਹੈ ਪ੍ਰੈਜ਼ੈਂਟ 'ਚ, ਇਹ ਇੰਡੀਆ ਵਾਸਤੇ ਤਾਂ ਨੁਕਸਾਨਦਾਇਕ ਹੈ ਹੀ ਹੈ। ਦੇਖੋ, ਚੀਨ ਤਾਂ ਆਪਣੇ ਆਪ ਨੂੰ ਸਮਝਦਾ ਹੀ ਹੈ, ਇੱਕ ਤਰ੍ਹਾਂ ਜਿਵੇਂ USSR ਸੋਵੀਅਤ ਯੂਨੀਅਨ ਅਤੇ ਅਮਰੀਕਾ ਸੀ, ਹੁਣ ਉਹ ਸਮਝਦੇ ਅਸੀਂ ਅਤੇ ਅਮਰੀਕਾ ਹੈ, ਕਿ ਦੋ ਸੁਪਰ ਪਾਵਰ ਹੈ। ਹਾਲਾਂਕਿ ਉਹਨਾਂ ਦਾ ਉਹ ਪੋਜੀਸ਼ਨ ਨਹੀਂ ਜੋ ਸੋਵੀਅਤ ਯੂਨੀਅਨ ਦੀ ਹੁੰਦੀ ਸੀ ਅਮਰੀਕਾ ਦੇ ਸਾਹਮਣੇ। ਲੇਕਿਨ ਰੂਸ ਵੀ ਜਿਹੜਾ ਹੈਗਾ ਉਹ ਗੇਮ ਇਸ ਤਰੀਕੇ ਦੀ ਖੇਲ ਰਿਹਾ ਹੈ ਕਿਉਂਕਿ ਉਹਦਾ ਯੂਰਪ 'ਚ ਇੰਟਰਸਟ ਹੈ, ਯੂਕਰੇਨ 'ਚ, ਜਿੱਥੇ ਕਿ ਯੂਰਪੀਅਨ ਪ੍ਰੈਸ ਕਰਦੇ, ਅਮਰੀਕਨ ਇਹਨਾਂ ਨੂੰ ਪ੍ਰੈਸ ਕਰਦੇ ਹੈ, ਅਮਰੀਕਨ ਜਰਮਨੀ ਨੂੰ ਕਹਿੰਦੇ ਆ ਤੁਸੀਂ ਇਹਨਾਂ ਤੋਂ ਗੈਸ ਨਾ ਖਰੀਦੋ। ਸੋ ਉਹਨਾਂ ਨੇ ਫਿਰ ਚੀਨ 'ਚ ਉਹਨਾਂ ਨੂੰ ਮਾਰਕੀਟ ਮਿਲ ਰਹੀ ਹੈ, ਗੈਸ ਦੀ ਵੀ ਮਾਰਕੀਟ ਮਿਲ ਰਹੀ ਹੈ, ਹਥਿਆਰ ਵੀ ਉਹਨਾਂ ਨੂੰ ਵੇਚਣੇ ਸ਼ੁਰੂ ਕਰ ਰਹੇ ਹੈ, ਪਾਕਿਸਤਾਨ ਨੂੰ ਵੀ ਹਥਿਆਰ ਵੇਚਣੇ ਸ਼ੁਰੂ ਕਰ ਰਹੇ ਆ। ਸੋ ਦੁਨੀਆ ਤਾਂ ਬਦਲ ਗਈ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਦੁਨੀਆ ਬਦਲ ਗਈ ਹੈ। ਜਿਹੜੇ
ਜਿਹੜੇ ਦੇਸ਼ ਜਿਨ੍ਹਾਂ ਨੂੰ ਅਸੀਂ ਦੋਸਤ ਸਮਝਦੇ ਸੀਗੇ, ਉਹ ਵੀ ਹੋਰਾਂ ਨਾਲ ਉਹ ਇਹ ਨਹੀਂ ਹੈ ਸਾਡੀ ਦੁਸ਼ਮਣੀ ਹੋ ਗਈ ਰੂਸ ਨਾਲ, ਲੇਕਿਨ ਉਹ ਆਪਣੀ ਦੋਸਤੀ ਵੀ ਉਹ ਕਹਿੰਦੇ ਜੇ ਤੁਸੀਂ ਅਮਰੀਕਾ ਨਾਲ ਲਗਾਉਣੇ ਅਸੀਂ ਪਾਕਿਸਤਾਨ ਨਾਲ ਲਗਾਵਾਂਗੇ। ਤਾਂ ਇਸ ਕਰਕੇ ਦੁਨੀਆ ਦਾ ਭੂਗੋਲ ਬਦਲ ਗਿਆ, ਜੀਓ ਪੋਲੀਟਿਕਸ, ਅਤੇ ਇਹ ਬੜਾ ਸੋਚ ਸਮਝ ਕੇ ਅੱਗੇ ਚੱਲਣਾ ਪਏਗਾ। ਔਰ ਇਹਦੇ 'ਤੇ ਡੋਮੈਸਟਿਕ ਪੋਲੀਟਿਕਸ ਦਾ ਵੀ ਅਸਰ ਆਉਂਦਾ ਹੈ, ਕਿਸ ਤਰੀਕੇ ਨਾਲ ਤੁਸੀਂ ਮੁਸਲਮਾਨ ਨਾਲ ਇੱਥੇ ਵਿਵਹਾਰ ਕਰਦੇ ਹੋ, ਉਹਦਾ ਇਸਲਾਮਿਕ ਵਰਲਡ 'ਚ, ਉਹਦਾ ਤਾਲਿਬਾਨ 'ਚ ਕੀ ਹੁੰਦਾ ਰਿਐਕਸ਼ਨ। ਸੋ ਇਸ ਕਰਕੇ ਬੀਜੇਪੀ ਨੂੰ ਇਹ ਵੀ ਸੋਚਣਾ ਪਏਗਾ ਕਿ ਦੇਸ਼ ਦੇ ਅੰਦਰ ਜਿਹੜੀ ਉਹ ਜਿਸ ਤਰ੍ਹਾਂ ਦੀ ਸਟੇਟਾਂ ਦੇ ਵਿੱਚ ਯੂਪੀ ਦੀ ਇਲੈਕਸ਼ਨ ਆ ਰਹੀ ਹੈ, ਜੇ ਉਹ ਇਸ ਤਰ੍ਹਾਂ ਦਾ ਹਰੇਕ ਨੂੰ ਤਾਲੀਬਾਨੀ ਬਣਾਉਣਗੇ, ਹਰੇਕ ਨੂੰ ਫੜ ਕੇ ਅੰਦਰ ਠੋਕਣਗੇ, ਥੋੜ੍ਹਾ ਮੋਟਾ ਵੀ ਕੋਈ ਬੋਲ ਦੇ, ਤਾਂ ਉਹਦਾ ਅਸਰ ਨਾਲ ਦੀ ਨਾਲ ਆਏਗਾ। ਕੋਈ ਤਾਲਿਬਾਨ ਨੂੰ ਕੋਈ ਡਰ ਨਹੀਂ ਹੈ, ਉਹ ਇੱਕ ਸੁਪਰ ਪਾਵਰ ਨੂੰ ਭਜਾ ਕੇ ਹਟੇ ਆ ਉੱਥੋਂ। ਤਾਂ ਇਸ ਕਰਕੇ ਉਹ ਬੜੇ ਇਸ ਵੇਲੇ ਉਹਨਾਂ ਦਾ ਮਨੋਬਲ ਉੱਚਾ ਹੈ ਔਰ ਕੌਨਫੀਡੈਂਟ ਨੇ। ਤਾਂ ਇਹ ਇਹਨਾਂ ਨੂੰ ਕੁਝ ਇੱਥੇ ਵੀ ਸੋਚਣਾ ਪਏਗਾ, ਜਿਵੇਂ ਜਿਵੇਂ ਬਾਹਰਲੀ ਦੁਨੀਆ ਬਦਲ ਜਾਂਦੀ ਹੈ, ਤੁਹਾਨੂੰ ਆਪਣੀ ਅੰਦਰੂਨੀ ਜਿਹੜੀ ਪੋਲੀਟਿਕਸ ਹੈ ਉਹ ਵੀ ਉਸ ਤਰੀਕੇ ਨਾਲ ਨਹੀਂ ਤੁਸੀਂ ਚਲਾ ਸਕਦੇ ਕਿ ਚਲੋ ਬਾਹਰ ਤਾਂ ਕੋਈ ਪਰਵਾਹ ਹੀ ਨਹੀਂ ਕਰ ਰਿਹਾ, ਮੁਸਲਮਾਨ ਦੇਸ਼ ਕੋਈ ਬੋਲ ਹੀ ਨਹੀਂ ਰਿਹਾ। ਅਤੇ ਇਸ ਕਰਕੇ ਜਿਸ ਤਰੀਕੇ ਨਾਲ ਸਾਡੀ ਜਿਹੜੀ ਵਿਦੇਸ਼ ਨੀਤੀ ਆ ਉਹਦਾ ਕੋਈ ਲੈਣ ਦੇਣ ਨਹੀਂ ਸਾਡੀ ਅੰਦਰਲੀ ਨੀਤੀ ਨਾਲੋਂ, ਉਹ ਇਸ ਵੇਲੇ ਸੋਚ ਕੇ ਚੱਲਣਾ ਪਏਗਾ ਹਿੰਦੁਸਤਾਨ ਨੂੰ। ਬਹੁਤ ਬਹੁਤ ਸ਼ੁਕਰੀਆ ਕੇਸੀ ਸਿੰਘ ਜੀ। ਇਸੇ ਕੇ ਕੇਸੀ ਸਿੰਘ ਜੀ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਰਾਹੀਂ ਦੱਸਿਆ ਵੀ ਕੀ ਜਿਹੜੀ ਜੀਓ ਪੋਲੀਟਿਕਸ ਹੈ ਤਾਲਿਬਾਨ ਦੇ ਅਫਗਾਨਿਸਤਾਨ 'ਚ ਕਾਬਜ ਹੋਣ ਤੋਂ ਬਾਅਦ ਕੀ ਫਰਕ ਪਊਗਾ, ਇੰਡੀਆ ਕੋਲੇ ਕੀ ਆਪਸ਼ਨਸ ਅਵੇਲੇਬਲ ਨੇ, ਅਤੇ ਇੰਡੀਆ ਨੂੰ ਆਪਣੀ ਜਿਹੜੀ ਡੋਮੈਸਟਿਕ ਹੈ ਅੰਦਰੂਨੀ ਰਾਜਨੀਤੀ ਨੂੰ ਵੀ ਦੇਖ ਕੇ ਚੱਲਣਾ ਪਊਗਾ। ਕਿਵੇਂ ਇੰਡੀਅਨ ਮੁਸਲਿਮਸ ਨੂੰ ਸਰਕਾਰਾਂ ਟਰੀਟ ਕਰਦੀਆਂ ਨੇ, ਉਹਦਾ ਵੀ ਅਫਗਾਨਿਸਤਾਨ ਦਾ ਰਵੱਈਆ ਇੰਡੀਆ ਨਾਲ ਕਿਵੇਂ ਰਹਿੰਦਾ ਉਹ 'ਤੇ ਪਊਗਾ। ਚੰਡੀਗੜ੍ਹ ਤੋਂ ਕੈਮਰਾਮੈਨ ਮਨਪ੍ਰੀਤ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।